ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਦੇ ਵਿੱਚ ਕੀ ਸੰਬੰਧ ਹਨ ਉਸ ਬਾਰੇ ਗੱਲ ਕਰਾਂਗੇ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੈਕਚਰ ਆਪਣੇ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਹਾਂਜੀ, ਲੈਕਚਰ ਸ਼ੁਰੂ ਕਰਦੇ ਹਾਂ। ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ। ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੇ ਉਤਪਤੀ ਦੇ ਸੋਮੇ ਵੱਖਰੇ ਹੋਣ ਦੇ ਬਾਵਜੂਦ ਕੁਝ ਲੇਖ ਦੋਹਾਂ ਵਿਗਿਆਨਾਂ ਵਿੱਚ ਕੋਈ ਫਰਕ ਨਹੀਂ ਕਰਦੇ। ਉਦਾਹਰਨ ਦੇ ਲਈ ਹੋਇਬਲ ਨੇ ਲਿਖਿਆ ਹੈ, ਵਿਸਤ੍ਰਿਤ ਅਰਥਾਂ ਵਿੱਚ ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਬਿਲਕੁਲ ਇੱਕ ਹੀ ਹਨ। ਇਸ ਤੋਂ ਇਲਾਵਾ ਸ਼੍ਰੀਨਿਵਾਸ ਨੇ ਲਿਖਿਆ, ਅਸੀਂ ਨਿਸ਼ਚਿਤ ਰੂਪ ਨਾਲ ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਦੇ ਭੇਦ ਨੂੰ ਦੂਰ ਕਰਕੇ ਉਹਨਾਂ ਦੋਹਾਂ ਨੂੰ ਤੁਲਨਾਤਮਕ ਸਮਾਜ ਵਿਗਿਆਨ ਦੇ ਅੰਤਰਗਤ ਸ਼ਾਮਲ ਕਰ ਸਕਦੇ ਹਾਂ। ਭਾਵੇਂ ਇਹ ਵਿਚਾਰ ਠੀਕ ਨਹੀਂ, ਪਰੰਤੂ ਇਹ ਗੱਲ ਨਿਸ਼ਚਿਤ ਰੂਪ ਵਿੱਚ ਸਪਸ਼ਟ ਕਰ ਦਿੰਦੇ ਹਨ ਕਿ ਦੋਵੇਂ ਸਮਾਜਿਕ ਵਿਗਿਆਨ ਗੂੜ੍ਹੇ ਰੂਪ ਵਿੱਚ ਪਰਸਪਰ ਸੰਬੰਧਿਤ ਹਨ। ਅਕਸਰ ਇਹਨਾਂ ਦੀ ਵਿਸ਼ੇ ਸਮੱਗਰੀ ਅਤੇ ਸਿਧਾਂਤਿਕ ਉਦੇਸ਼ਾਂ ਦੇ ਆਧਾਰ 'ਤੇ ਦੋਹਾਂ ਵਿਗਿਆਨਾਂ ਨੂੰ ਦੇ ਵਿੱਚ ਫਰਕ ਕਰਨਾ, ਅੰਤਰ ਕਰਨਾ ਕਠਿਨ ਹੋ ਜਾਂਦਾ ਹੈ। ਪਰੰਤੂ ਇਹਨਾਂ ਦੇ ਆਪਸੀ ਪਰਸਪਰ ਸੰਬੰਧਾਂ ਬਾਰੇ ਸਹੀ ਗਿਆਨ ਪ੍ਰਾਪਤ ਕਰਨ ਲਈ ਇਹ ਚੰਗਾ ਹੋਵੇਗਾ ਕਿ ਅਸੀਂ ਇਹਨਾਂ ਵਿਗਿਆਨਾਂ ਦੀ ਵਿਸ਼ਾ ਸਮੱਗਰੀ ਉੱਤੇ ਨਜ਼ਰ ਮਾਰੀਏ। ਸਭ ਤੋਂ ਪਹਿਲਾਂ ਅਸੀਂ ਸਮਾਜ ਵਿਗਿਆਨ ਦੀ ਗੱਲ ਕਰਦੇ ਹਾਂ। ਸਮਾਜ ਵਿਗਿਆਨ ਆਧੁਨਿਕ ਵੱਡੇ ਸਮਾਜਾਂ ਦੇ ਸਮਾਜਿਕ ਢਾਂਚੇ ਅਤੇ ਸੰਗਠਨ ਦਾ ਅਧਿਐਨ ਕਰਦਾ ਹੈ। ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦਾ ਵਿਗਿਆਨ ਹੈ। ਇਹਨਾਂ ਦੁਆਰਾ ਸਮਾਜਿਕ ਜੀਵਨ ਵਿਅਕਤ ਹੁੰਦਾ ਹੈ। ਇਸ ਤੋਂ ਇਲਾਵਾ ਇਹ ਉਹ ਸਾਰੇ ਮਨੁੱਖੀ ਵਿਵਹਾਰ ਨੂੰ ਆਪਣੇ ਅਧਿਐਨ ਖੇਤਰ ਵਿੱਚ ਸ਼ਾਮਿਲ ਕਰਦਾ ਹੈ ਜੋ ਨਿਸ਼ਚਿਤ ਰੂਪ ਵਿੱਚ ਸਮਾਜਿਕ ਹੈ। ਇਸ ਤਰ੍ਹਾਂ ਸਮਾਜ ਵਿਗਿਆਨ ਵਿੱਚ ਸਮਾਜਿਕ ਸੰਬੰਧਾਂ ਦਾ, ਸਮਾਜਿਕ ਸਮੂਹਾਂ ਦਾ, ਸਮਾਜਿਕ ਸੰਸਥਾਵਾਂ ਅਤੇ ਉਹਨਾਂ ਦੇ ਅੰਤਰ ਸੰਬੰਧਾਂ, ਸਮਾਜਿਕ ਸੰਰਚਨਾ ਅਤੇ ਕਾਰਜਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਅਸੀਂ ਦੇਖਦੇ ਹਾਂ ਮਾਨਵ ਵਿਗਿਆਨ। ਮਾਨਵ ਵਿਗਿਆਨ ਭਾਵ ਸੋਸ਼ਲ ਐਂਥਰੋਪੋਲੋਜੀ ਦੋ ਯੂਨਾਨੀ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਐਂਥਰੋਪੋਸ ਜਿਸ ਦਾ ਅਰਥ ਹੈ ਮਨੁੱਖ, ਲੋਗੋਸ ਜਿਸ ਦਾ ਅਰਥ ਹੈ ਵਿਗਿਆਨ। ਇੱਥੇ ਸਪਸ਼ਟ ਹੋ ਜਾਂਦਾ ਹੈ ਕਿ ਮਾਨਵ ਵਿਗਿਆਨ ਸਮੁੱਚੇ ਮਨੁੱਖ ਦਾ ਵਿਗਿਆਨਿਕ ਅਧਿਐਨ ਹੈ। ਇਹ ਯੂਨਾਨੀ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਜਿਨ੍ਹਾਂ ਦਾ ਅਰਥ ਮਨੁੱਖ ਅਤੇ ਅਧਿਐਨ ਹੈ। ਇਸ ਤਰ੍ਹਾਂ ਦੋਨਾਂ ਸ਼ਬਦਾਂ ਨੂੰ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਮਨੁੱਖ ਦਾ ਅਧਿਐਨ। ਮੁਜਾਮਦਾਰ ਤੇ ਮਦਾਨ ਦੱਸਦੇ ਹਨ ਕਿ ਮਾਨਵ ਵਿਗਿਆਨ ਮਨੁੱਖ ਦੀ ਉਤਪਤੀ ਅਤੇ ਵਿਕਾਸ ਦਾ ਭੌਤਿਕ, ਸੰਸਕ੍ਰਿਤਿਕ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੋਂ ਅਧਿਐਨ ਕਰਦਾ ਹੈ। ਇਸ ਤੋਂ ਇਲਾਵਾ ਕ੍ਰੋਇਵਰ ਲਿਖਦਾ ਹੈ, ਮਾਨਵ ਵਿਗਿਆਨ ਮਨੁੱਖ ਦਾ ਵਿਗਿਆਨ ਹੈ। ਇਸ ਤਰ੍ਹਾਂ ਇਹਨਾਂ ਦੋਨਾਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਵਿਗਿਆਨ ਦਾ ਮਹੱਤਵ, ਕਿ ਸਮਾਜਿਕ ਮਾਨਵ ਵਿਗਿਆਨ ਦਾ ਮਹੱਤਵ ਮਨੁੱਖ ਅਤੇ ਉਸ ਦੀਆਂ ਕਿਰਿਆਵਾਂ ਬਾਰੇ ਪੂਰਨ ਅਧਿਐਨ ਕਰਨਾ ਹੈ। ਇਸ ਵਿਗਿਆਨ ਦਾ ਵਿਸ਼ਾ ਬਹੁਤ ਹੀ ਵਿਸ਼ਾਲ ਹੈ। ਇਸ ਨੂੰ ਅਸੀਂ ਵੱਖ-ਵੱਖ 3 ਭਾਗਾਂ ਵਿੱਚ ਵੰਡ ਸਕਦੇ ਹਾਂ। ਪਹਿਲਾ ਭਾਗ ਹੈਗਾ ਭੌਤਿਕ ਮਾਨਵ ਵਿਗਿਆਨ, ਫਿਜ਼ੀਕਲ ਐਂਥਰੋਪੋਲੋਜੀ। ਦੂਜਾ ਭਾਗ ਹੈ ਪੂਰਵ ਇਤਿਹਾਸਿਕ ਪੁਰਾਸਰੀ ਵਿਗਿਆਨ, ਪ੍ਰੀ ਹਿਸਟੋਰੀਕਲ ਆਰਕੀਓਲੋਜੀ। ਤੀਜਾ ਹੈ ਸਮਾਜਿਕ ਮਾਨਵ ਵਿਗਿਆਨ, ਸੋਸ਼ਲ ਐਂਥਰੋਪੋਲੋਜੀ।
ਹੁਣ ਅੱਗੇ ਅਸੀਂ ਇੱਕ ਇੱਕ ਨੂੰ ਡਿਟੇਲ ਦੇ ਵਿੱਚ ਸਮਝਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭੌਤਿਕ ਮਾਨਵ ਵਿਗਿਆਨ, ਫਿਜ਼ੀਕਲ ਐਂਥਰੋਪੋਲੋਜੀ। ਇਸ ਦੇ ਅੰਤਰਗਤ ਮਨੁੱਖ ਦੇ ਸਰੀਰਕ ਲੱਛਣਾਂ ਦਾ ਅਧਿਐਨ ਕੀਤਾ ਜਾਂਦਾ ਹੈ, ਜਿਸ ਤੋਂ ਸਾਨੂੰ ਮਨੁੱਖ ਦੇ ਉਤਪਤੀ ਅਤੇ ਵੱਖ-ਵੱਖ ਨਸਲਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਅਗਲਾ ਹੈ ਪੂਰਵ ਇਤਿਹਾਸਿਕ ਪੁਰਾਸਰੀ ਵਿਗਿਆਨ, ਪ੍ਰੀ ਹਿਸਟੋਰੀਕਲ ਆਰਕੀਓਲੋਜੀ। ਮਾਨਵ ਵਿਗਿਆਨ ਦੇ ਇਸ ਭਾਗ ਦਾ ਮਹੱਤਵ ਮਨੁੱਖ ਦੇ ਪੁਰਾਣੇ ਇਤਿਹਾਸ ਦੀ ਖੋਜ ਕਰਨਾ ਹੈ, ਜਿਸ ਦੇ ਲਈ ਕੋਈ ਲਿਖਤੀ ਪ੍ਰਮਾਣ ਨਹੀਂ ਮਿਲਦੇ। ਪੁਰਾਣੇ ਖੰਡਰਾਂ ਦੀ ਖੁਦਾਈ ਕਰਕੇ ਉਹਨਾਂ ਵਿੱਚੋਂ ਮਿਲੀਆਂ ਵਸਤਾਂ ਅਤੇ ਮਨੁੱਖੀ ਪਿੰਜਰਾਂ ਆਦਿ ਭੌਤਿਕ ਸਬੂਤਾਂ ਦੇ ਆਧਾਰ 'ਤੇ ਮਨੁੱਖ ਦੀ ਉਤਪਤੀ, ਉਸ ਦੀ ਸਰੀਰਕ ਬਣਤਰ, ਉਸ ਸਮੇਂ ਦੀ ਸਮਾਜਿਕ ਸਥਿਤੀ ਅਤੇ ਸੰਸਕ੍ਰਿਤੀ ਦੇ ਸਰੂਪਾਂ ਉੱਤੇ ਚਾਨਣਾ ਪਾਇਆ ਜਾਂਦਾ ਹੈ। ਇਸ ਤਰ੍ਹਾਂ ਇਹ ਵਿਗਿਆਨ ਆਦਮ ਮਨੁੱਖ ਦੀ ਸੰਸਕ੍ਰਿਤੀ ਅਤੇ ਕੁਝ ਤਤਕਾਲੀ ਜਿਉਂਦੀਆਂ ਸੰਸਕ੍ਰਿਤੀਆਂ ਦੀ ਪੜਤਾਲ ਕਰਦਾ ਹੈ। ਅਗਲਾ ਹੈ ਸਮਾਜਿਕ ਮਾਨਵ ਵਿਗਿਆਨ, ਸੋਸ਼ਲ ਐਂਥਰੋਪੋਲੋਜੀ। ਸਮਾਜਿਕ ਮਾਨਵ ਵਿਗਿਆਨ ਪ੍ਰਾਚੀਨ ਅਤੇ ਆਧੁਨਿਕ ਸਮਾਜ ਵਿੱਚ ਉਹਨਾਂ ਦੇ ਸਮਕਾਲੀ ਢਾਂਚਿਆਂ, ਸੰਸਥਾਵਾਂ ਅਤੇ ਵਿਵਹਾਰਾਂ ਦੀਆਂ ਵੰਨਗੀਆਂ ਦਾ ਵਿਸ਼ਲੇਸ਼ਣਾਤਮਕ ਅਤੇ ਤੁਲਨਾਤਮਕ ਅਧਿਐਨ ਕਰਦਾ ਹੈ। ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਇਲ ਐਂਥਰੋਪੋਲੋਜੀਕਲ ਸੰਸਥਾ ਦੀ ਕਮੇਟੀ ਨੇ ਮਾਨਵ ਵਿਗਿਆਨ ਦੀ ਪਰਿਭਾਸ਼ਾ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ। ਸਮਾਜਿਕ ਮਾਨਵ ਵਿਗਿਆਨ ਸਮਾਜਿਕ ਪਰਿਸਥਿਤੀਆਂ ਵਿੱਚ ਮਨੁੱਖ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ। ਭਾਵ ਸਮਾਜਿਕ ਮਾਨਵ ਵਿਗਿਆਨ ਆ ਜਿਹੜਾ, ਉਹ ਮਨੁੱਖ ਦੇ ਵਿਵਹਾਰ ਦਾ ਅਧਿਐਨ ਉਸ ਦੀਆਂ ਸਮਾਜਿਕ ਪਰਿਸਥਿਤੀਆਂ ਵਿੱਚ ਹੀ ਕਰਦਾ ਹੈ। ਸਮਾਜ ਵਿਗਿਆਨ ਦੀ ਪਰਿਭਾਸ਼ਾ ਕਰਦੇ ਹੋਏ ਕਿੰਬਲ ਚੰਗ ਲਿਖਦਾ ਹੈ ਕਿ ਸਮਾਜ ਵਿਗਿਆਨ ਸਮੂਹ ਵਿੱਚ ਮਨੁੱਖਾਂ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ। ਇਸ ਤਰ੍ਹਾਂ ਸਮਾਜ ਵਿਗਿਆਨ ਸਮੂਹ ਦੇ ਵਿੱਚ, ਗਰੁੱਪ ਦੇ ਵਿੱਚ ਮਨੁੱਖਾਂ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ। ਇਸ ਦੇ ਉਲਟ ਸਮਾਜਿਕ ਮਾਨਵ ਵਿਗਿਆਨ ਮਨੁੱਖ ਦੀਆਂ ਸਮਾਜਿਕ ਪਰਿਸਥਿਤੀਆਂ ਵਿੱਚ ਉਸ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ। ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਸਮਾਜਿਕ ਮਾਨਵ ਵਿਗਿਆਨ ਸਮੂਹ ਵਿੱਚ ਵਿਵਹਾਰਾਂ ਦਾ ਅਧਿਐਨ ਕਰਦਾ ਹੈ, ਪਰ ਮਾਨਵ ਵਿਗਿਆਨ ਵਿੱਚ ਆਦਿਮ ਸਮਾਜਾਂ ਦਾ ਅਧਿਐਨ ਕੀਤਾ ਜਾਂਦਾ ਹੈ। ਆਦਮ ਸਮਾਜਾਂ ਤੋਂ ਭਾਵ ਉਹਨਾਂ ਸਮੂਹਾਂ ਤੋਂ ਹੈ ਜੋ ਸੀਮਤ ਭੂਗੋਲਿਕ ਖੇਤਰ ਵਿੱਚ ਥੋੜ੍ਹੀ ਗਿਣਤੀ ਵਿੱਚ ਰਹਿੰਦੇ ਹਨ, ਜਿਨ੍ਹਾਂ ਦੇ ਉਸ ਤੋਂ ਬਾਹਰ ਦੀ ਦੁਨੀਆ ਨਾਲ ਬਹੁਤ ਘੱਟ ਸੰਬੰਧ ਹਨ, ਜੋ ਆਧੁਨਿਕ ਸਮਾਜ ਦੇ ਮੁਕਾਬਲੇ ਵਿੱਚ ਬਹੁਤ ਹੀ ਸਧਾਰਨ ਟੈਕਨੋਲੋਜੀ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਆਦਮ ਸਮਾਜ ਤੋਂ ਭਾਵ ਆਧੁਨਿਕ ਜਟਲ ਸਮਾਜ ਤੋਂ ਪਹਿਲਾਂ ਦੀ ਸਥਿਤੀ ਵਿੱਚ ਵਿਦਮਾਨ ਪਿੰਡ, ਕਬੀਲਾ ਜਾਂ ਟੱਪਰੀਵਾਸ ਸਮੂਹ ਆਦਿ ਤੋਂ ਹੈ। ਇਸ ਤਰ੍ਹਾਂ ਅਸੀਂ ਅਖੀਰ ਵਿੱਚ ਕਹਿ ਸਕਦੇ ਹਾਂ ਕਿ ਮਾਨਵ ਵਿਗਿਆਨ ਸੰਪੂਰਨ ਸਮਾਜ ਦਾ ਪੂਰਨਤਾ ਵਿੱਚ ਅਧਿਐਨ ਕਰਦਾ ਹੈ। ਉਹ ਇੱਕ ਸਮਾਜ ਦੀ ਆਰਥਿਕ ਵਿਵਸਥਾ, ਰਾਜਨੀਤਿਕ ਅਤੇ ਵਿਧੀ ਸੰਬੰਧੀ ਸਮੱਸਿਆਵਾਂ ਦਾ ਪਰਿਵਾਰਿਕ ਸੰਗਠਨ, ਧਰਮ, ਕਲਾ, ਭਾਸ਼ਾ, ਰੀਤੀ ਰਿਵਾਜ ਅਤੇ ਉਦਯੋਗਿਕ ਧੰਦਿਆਂ ਆਦਿ ਹਰ ਇੱਕ ਵਸਤੂ ਦਾ ਅਧਿਐਨ ਕਰਦਾ ਹੈ। ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਦੀ ਵਿਸ਼ਾ ਸਮੱਗਰੀ ਅਤੇ ਸਿਧਾਂਤਿਕ ਉਦੇਸ਼ ਇੱਕ ਹੋਣ ਕਾਰਨ ਇੱਕ ਦੂਜੇ ਨਾਲ ਗੂੜ੍ਹੇ ਸੰਬੰਧਿਤ ਹਨ। ਇਹਨਾਂ ਦੋਹਾਂ ਵਿੱਚ ਭੇਦ ਕਰਨਾ ਬਹੁਤ ਮੁਸ਼ਕਿਲ ਹੈ। ਵਿਸ਼ੇ ਸਮੱਗਰੀ ਦੇ ਸਿਧਾਂਤਿਕ ਉਦੇਸ਼ਾਂ ਦੀ ਸਮਾਨਤਾ ਦੇ ਆਧਾਰ 'ਤੇ ਹੀ AL
ਕ੍ਰਾਈਵਰ ਨੇ ਦੋਹਾਂ ਵਿਗਿਆਨਾਂ ਨੂੰ ਜੋੜੀਆਂ ਭੈਣਾਂ ਟਵਿਨਸ ਸਿਸਟਰਸ ਕਿਹਾ ਹੈ। ਇਸ ਤੋਂ ਇਲਾਵਾ ਇਵਾਨਸ ਪ੍ਰੀਚਰਡ ਲਿਖਦੇ ਹਨ ਕਿ ਸਮਾਜਿਕ ਮਾਨਵ ਵਿਗਿਆਨ ਨੂੰ ਸਮਾਜ ਵਿਗਿਆਨ ਅਧਿਐਨਾਂ ਦੀ ਇੱਕ ਬ੍ਰਾਂਚ ਮੰਨਿਆ ਜਾ ਸਕਦਾ ਹੈ, ਜੋ ਉਹ ਬ੍ਰਾਂਚ ਜੋ ਮੁੱਖ ਤੌਰ 'ਤੇ ਆਦਿਮ ਸਮਾਜਾਂ ਦਾ ਅਧਿਐਨ ਕਰਦੀ ਹੈ। ਇਸ ਤਰ੍ਹਾਂ ਵੱਖ-ਵੱਖ ਵਿਗਿਆਨੀਆਂ ਨੇ ਆਪਣੀ ਪਰਿਭਾਸ਼ਾਵਾਂ ਦਿੱਤੀਆਂ ਹਨ ਅਤੇ ਇਹਨਾਂ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਵਿਗਿਆਨ ਇੱਕ ਦੂਜੇ 'ਤੇ ਨਿਰਭਰ ਹਨ। ਅੱਗੇ ਅਸੀਂ ਦੇਖਦੇ ਹਾਂ ਮਾਨਵ ਵਿਗਿਆਨ ਦੀ ਸਮਾਜ ਵਿਗਿਆਨ ਨੂੰ ਦੇਣ। ਆਦਮ ਸਮਾਜਾਂ ਦੀਆਂ ਸੰਸਥਾਵਾਂ, ਸਮਾਜਿਕ ਵਿਵਸਥਾ ਅਤੇ ਸੰਗਠਨ ਬਹੁਤ ਹੀ ਸਾਦੇ, ਸਰਲ ਅਤੇ ਆਕਾਰ ਵਿੱਚ ਛੋਟੇ ਹੁੰਦੇ ਸਨ। ਇਹਨਾਂ ਦੇ ਅਧਿਐਨ ਤੋਂ ਪ੍ਰਾਪਤ ਗਿਆਨ ਦੇ ਆਧਾਰ 'ਤੇ ਸਮਾਜ ਵਿਗਿਆਨਾਂ ਨੂੰ ਆਧੁਨਿਕ ਗੁੰਝਲਦਾਰ ਅਤੇ ਵਿਸ਼ਾਲ ਸਮਾਜ ਨੂੰ ਸਮਝਣਾ ਅਤੇ ਵਿਸ਼ਲੇਸ਼ਣ ਕਰਨ ਵਿੱਚ ਹੀ ਨਹੀਂ, ਸਗੋਂ ਅਨੇਕਾਂ ਵਰਤਮਾਨ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਵੀ ਸਹਾਇਤਾ ਮਿਲਦੀ ਹੈ। ਸਮਾਜ ਵਿਗਿਆਨ ਦੀ ਮਾਨਵ ਵਿਗਿਆਨ ਦੀ ਇਸ ਨਿਰਭਰਤਾ ਨੂੰ ਅਨੁਭਵ ਕਰਦੇ ਹੋਏ ਸ੍ਰੀਨਿਵਾਸ ਨੇ ਕਿਹਾ ਹੈ, ਇਹ ਸੁੰਦਰ ਵਿਚਾਰ ਹੋਵੇਗਾ ਕਿ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਜੋ ਸਮਾਜ ਵਿਗਿਆਨ ਦਾ ਅਧਿਐਨ ਕਰਨਾ ਚਾਹੁੰਦੇ ਹਨ, ਇਸ ਤੋਂ ਪਹਿਲਾਂ ਘੱਟ ਤੋਂ ਘੱਟ 2 ਸਾਲ ਤੱਕ ਸਮਾਜਿਕ ਮਾਨਵ ਵਿਗਿਆਨ ਦਾ ਅਧਿਐਨ ਕਰਨ ਲਈ ਪ੍ਰੇਰਿਤ ਕਰ ਸਕੀਏ। ਸ੍ਰੀਨਿਵਾਸ ਅਜਿਹਾ ਇਸ ਕਰਕੇ ਕਹਿੰਦੇ ਹਨ ਕਿ ਵਰਤਮਾਨ ਸਮਾਜ ਬਾਰੇ ਅਧਿਐਨ ਕਰਨ ਲਈ ਸਾਨੂੰ ਆਦਮ ਸਮਾਜਾਂ ਬਾਰੇ ਗਿਆਨ ਹੋਣਾ ਜ਼ਰੂਰੀ ਹੈ। ਸਮਾਜਿਕ ਮਾਨਵ ਵਿਗਿਆਨ ਦੀ ਮੁੱਖ ਸਮੱਸਿਆ ਪੁਰਾਤਨ ਕਾਲ ਵਿੱਚ ਸਮਾਜਿਕ ਸੰਗਠਨ, ਆਰਥਿਕ ਅਤੇ ਰਾਜਨੀਤਿਕ ਸਫਲਤਾਵਾਂ, ਉਹਨਾਂ ਦੇ ਕਰਮ ਵਿਕਾਸ ਅਤੇ ਉਹਨਾਂ ਵਿੱਚ ਪਰਿਵਰਤਨ ਦੀ ਨਿਰੰਤਰਤਾ ਨੂੰ ਵੇਖਣਾ ਹੈ। ਇਸ ਤੋਂ ਸਮਾਜ ਵਿਗਿਆਨ ਨੂੰ ਇਹ ਪਤਾ ਲੱਗਦਾ ਹੈ ਕਿ ਵੱਖ-ਵੱਖ ਪਰਿਸਥਿਤੀਆਂ ਦਾ ਮਨੁੱਖ ਦੇ ਵੱਖ-ਵੱਖ ਪਹਿਲੂਆਂ ਉੱਤੇ ਕੀ ਪ੍ਰਭਾਵ ਪਿਆ ਹੈ। ਸਮਾਜ ਵਿਗਿਆਨ ਆਪਣੇ ਇਸ ਨਤੀਜੇ ਇਸ ਸੰਬੰਧ ਵਿੱਚ ਕੱਢ ਸਕਦਾ ਹੈ ਕਿ ਸਮਾਜਿਕ ਜੀਵਨ ਉੱਤੇ ਵੱਖ-ਵੱਖ ਪਰਿਸਥਿਤੀਆਂ ਕਿਸ ਤਰ੍ਹਾਂ ਪ੍ਰਭਾਵ ਪਾਉਂਦੀਆਂ ਹਨ। ਇਹ ਹੀ ਸਮਾਜ ਵਿਗਿਆਨ ਦੀ ਕੇਂਦਰੀ ਸਮੱਸਿਆ ਹੈ। ਸਮਾਜ ਵਿਗਿਆਨ ਦੇ ਵਿੱਚ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ। ਸਮਾਜਿਕ ਸੰਬੰਧਾਂ ਦਾ ਵਿਕਾਸ, ਸੰਚਲਨ ਅਤੇ ਨਿਰਦੇਸ਼ਨ ਸੰਸਕ੍ਰਿਤਿਕ ਕੀਮਤਾਂ ਅਤੇ ਨਿਯਮਾਂ ਤੋਂ ਹੁੰਦਾ ਹੈ। ਇਸ ਲਈ ਸੰਸਕ੍ਰਿਤਿਕ ਕੀਮਤਾਂ, ਆਦਰਸ਼ ਨਿਯਮਾਂ ਆਦਿ ਨੂੰ ਸਮਝੇ ਬਿਨਾਂ ਅਸੀਂ ਸਮਾਜ ਅਤੇ ਸਮਾਜਿਕ ਸੰਬੰਧਾਂ ਨੂੰ ਨਹੀਂ ਸਮਝ ਸਕਦੇ। ਇਸ ਤੋਂ ਇਲਾਵਾ ਮਾਨਵ ਵਿਗਿਆਨ ਦੀਆਂ ਅਨੇਕਾਂ ਖੋਜਾਂ ਨੇ ਸਮਾਜਿਕ ਵਿਗਿਆਨਿਕ ਸਿਧਾਂਤਾਂ ਉੱਤੇ ਨਵਾਂ ਚਾਨਣਾ ਪਾਇਆ ਹੈ। ਉਦਾਹਰਨ ਦੇ ਲਈ ਮਾਨਵ ਵਿਗਿਆਨ ਦੀਆਂ ਖੋਜਾਂ ਨੇ ਇਹ ਸਿੱਧ ਕੀਤਾ ਹੈ ਕਿ ਸਰੀਰਕ ਰਚਨਾ ਦੀਆਂ ਵਿਸ਼ੇਸ਼ਤਾਵਾਂ ਅਤੇ ਮਾਨਸਿਕ ਗੁਣਾਂ ਦੇ ਵਿਚਕਾਰ ਕੋਈ ਅੰਤਰ ਸੰਬੰਧ ਨਹੀਂ ਹੈ ਅਤੇ ਵਿਅਕਤੀ ਦੇ ਅਪਰਾਧੀ ਬਣਨ ਵਿੱਚ ਸਮਾਜਿਕ ਪਰਿਸਥਿਤੀਆਂ ਦਾ ਵਧੇਰੇ ਹੱਥ ਹੁੰਦਾ ਹੈ। ਇਸੇ ਤਰ੍ਹਾਂ ਮਾਨਵ ਵਿਗਿਆਨ ਸਮੂਹਾਂ ਦੀਆਂ ਨਸਲ ਸੰਬੰਧੀ ਵਿਸ਼ੇਸ਼ਤਾਵਾਂ ਬਾਰੇ ਜੋ ਜਾਣਕਾਰੀ ਪ੍ਰਾਪਤ ਕਰਦਾ ਹੈ, ਸਮਾਜ ਵਿਗਿਆਨ ਉਸ ਦਾ ਪ੍ਰਯੋਗ ਵੱਖ-ਵੱਖ ਸਮਾਜਿਕ ਵਿਵਸਥਾਵਾਂ ਅਤੇ ਸਮੱਸਿਆਵਾਂ ਨੂੰ ਸਮਝਣ ਦੇ ਲਈ ਕਰਦਾ ਹੈ। ਉਦਾਹਰਨ ਦੇ ਲਈ ਸਮਾਜ ਵਿਗਿਆਨ ਵਿੱਚ ਨਸਲ ਦੇ ਆਧਾਰ ਉੱਤੇ ਵੀ ਸਮੂਹਾਂ, ਦੇਸ਼ਾਂ ਜਾਂ ਸਰਕਾਰਾਂ ਦੇ ਪਰਸਪਰ ਸੰਬੰਧਾਂ ਦੀ ਚਰਚਾ ਕੀਤੀ ਜਾ ਸਕਦੀ ਹੈ। ਸਮਾਜ ਵਿਗਿਆਨੀਆਂ ਨੇ ਸਮਾਜ ਵਿੱਚ ਸਮਾਜਿਕ ਸਤਰੀਕਰਨ ਨੂੰ ਵੀ ਨਸਲ ਦੇ ਆਧਾਰ 'ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਅਸੀਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ, ਸਮਾਜਿਕ ਸਤਰੀਕਰਨ। ਅੱਗੇ ਅਸੀਂ ਦੇਖਦੇ ਹਾਂ ਸਮਾਜ ਵਿਗਿਆਨ ਦੀ ਮਾਨਵ ਵਿਗਿਆਨ ਨੂੰ ਦੇਣ। ਸਮਾਜ ਵਿਗਿਆਨ ਦੀ ਮਾਨਵ ਵਿਗਿਆਨ ਨੂੰ ਦੇਣ। ਕੇਵਲ ਸਮਾਜ ਵਿਗਿਆਨ ਹੀ
ਮਾਨਵ ਵਿਗਿਆਨ ਉੱਤੇ ਨਿਰਭਰ ਨਹੀਂ ਹੈ। ਮਾਨਵ ਵਿਗਿਆਨੀ ਨੂੰ ਵੀ ਸੰਸਕ੍ਰਿਤੀ, ਉਸ ਦੀ ਉਤਪਤੀ ਅਤੇ ਵਿਕਾਸ ਆਦਿ ਨੂੰ ਸਮਝਣ ਦੀ ਲਈ ਸਮਾਜਿਕ ਅੰਤਰਕਿਰਿਆਵਾਂ ਅਤੇ ਸਮਾਜਿਕ ਸੰਬੰਧਾਂ ਦੀਆਂ ਵਿਵਸਥਾਵਾਂ ਸਮਝਣ ਲਈ ਸਮਾਜ ਵਿਗਿਆਨ ਤੋਂ ਸਹਾਇਤਾ ਲੈਣੀ ਪੈਂਦੀ ਹੈ। ਸੰਸਕ੍ਰਿਤੀ ਮਨੁੱਖੀ ਸਮਾਜ ਦਾ ਇੱਕ ਨਿਵੇਕਲਾ ਗੁਣ ਹੈ, ਅਰਥਾਤ ਅਜਿਹੇ ਕਿਸੇ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਜਿਸ ਦੀ ਆਪਣੀ ਸੰਸਕ੍ਰਿਤੀ ਨਹੀਂ। ਸੰਸਕ੍ਰਿਤੀ ਦੀ ਉਤਪਤੀ ਅਤੇ ਵਿਕਾਸ ਸਮਾਜਿਕ ਅੰਤਰਕਿਰਿਆ ਦੇ ਫਲਸਰੂਪ ਹੁੰਦਾ ਹੈ। ਸਮਾਜਿਕ ਅੰਤਰਕਿਰਿਆ ਦਾ ਅਧਿਐਨ ਸਮਾਜ ਵਿਗਿਆਨ ਦਾ ਮੁੱਖ ਵਿਸ਼ਾ ਹੈ। ਇਸ ਲਈ ਇਸ ਬਾਰੇ ਗਿਆਨ ਪ੍ਰਾਪਤ ਕਰਨ ਲਈ ਮਾਨਵ ਵਿਗਿਆਨ ਨੂੰ ਸਮਾਜ ਵਿਗਿਆਨ ਦਾ ਸਹਾਰਾ ਲੈਣਾ ਪੈਂਦਾ ਹੈ। ਸਮਾਜ ਵਿਗਿਆਨ ਦੀ ਵੱਡੀ ਦੇਣ ਇਹ ਹੈ ਕਿ ਮਾਨਵ ਵਿਗਿਆਨ ਦੇ ਆਧੁਨਿਕ ਸਮਾਜਾਂ ਦੇ ਗਿਆਨ ਦੇ ਆਧਾਰ 'ਤੇ ਅਨੇਕ ਪਰਿਕਲਪਨਾਵਾਂ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ਦੇ ਆਧਾਰ 'ਤੇ ਆਦਮ ਸਮਾਜਾਂ ਦਾ ਅਧਿਐਨ ਵਧੇਰੇ ਸੂਝ ਨਾਲ ਕੀਤਾ ਗਿਆ ਹੈ। ਉਦਾਹਰਨ ਲਈ ਮਾਰਗਨ ਅਤੇ ਉਸ ਦੇ ਸਾਥੀਆਂ ਨੇ ਵਰਤਮਾਨ ਸਮਾਜ ਵਿੱਚ ਨਿੱਜੀ ਸੰਪਤੀ ਦੀ ਧਾਰਨਾ ਤੋਂ ਆਦਮ ਸਮਾਜਾਂ ਵਿੱਚ ਆਦਮ ਸਾਮਵਾਦ ਦੀ ਹੋਂਦ ਦਾ ਨਿਰਣਾ ਕੱਢਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੇ ਵਿਕਾਸ ਅਤੇ ਇਤਿਹਾਸ ਉੱਤੇ ਨਜ਼ਰ ਮਾਰਨ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਦੋਨਾਂ ਵਿਗਿਆਨਾਂ ਦਾ ਵਿਸ਼ਾ ਵਸਤੂ, ਅਧਿਐਨ ਪੱਧਤੀ ਅਤੇ ਸੰਕਲਪਾਂ ਦਾ ਆਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ। ਵਿਸ਼ੇਸ਼ ਰੂਪ ਵਿੱਚ 19ਵੀਂ ਸਦੀ ਵਿੱਚ ਕਰਮ ਵਿਕਾਸ ਦੇ ਸਿਧਾਂਤ ਦੇ ਪ੍ਰਭਾਵ ਦੇ ਅਧੀਨ ਜਾਂ ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦਾ ਸੰਬੰਧ ਹੋਰ ਵੀ ਗੂੜ੍ਹਾ ਹੋ ਜਾਂਦਾ ਹੈ। ਅੱਗੇ ਅਸੀਂ ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੇ ਵਿੱਚ ਅੰਤਰ ਅਤੇ ਭੇਦ ਦੇਖਾਂਗੇ। ਭਾਵੇਂ ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਵਿਚਕਾਰ ਬਹੁਤ ਗੂੜ੍ਹਾ ਸੰਬੰਧ ਹੈ, ਫਿਰ ਵੀ ਅਸੀਂ ਇਹਨਾਂ ਦੋਨਾਂ ਦੇ ਵਿੱਚ ਅੰਤਰ ਵੇਖ ਸਕਦੇ ਹਾਂ। ਸਭ ਤੋਂ ਪਹਿਲਾਂ ਵਿਸ਼ਾ ਵਸਤੂ ਵਿੱਚ ਅੰਤਰ। ਸਮਾਜਿਕ ਮਾਨਵ ਵਿਗਿਆਨ ਸੰਪੂਰਨ ਸਮਾਜ ਦਾ ਪੂਰਨਤਾ ਵਿੱਚ ਅਧਿਐਨ ਕਰਦਾ ਹੈ। ਉਹ ਇੱਕ ਸਮਾਜ ਦੀ ਆਰਥਿਕ ਵਿਵਸਥਾ, ਰਾਜਨੀਤਿਕ ਅਤੇ ਵਿਧੀ ਸੰਬੰਧੀ ਸਮੱਸਿਆਵਾਂ, ਸਮਾਜਿਕ ਸੰਗਠਨ, ਧਰਮ, ਕਲਾ, ਉਦਯੋਗਿਕ ਧੰਦਿਆਂ ਆਦਿ ਹਰ ਵਸਤੂ ਦਾ ਅਧਿਐਨ ਕਰਦਾ ਹੈ। ਪਰੰਤੂ ਇਸ ਦੇ ਉਲਟ ਸਮਾਜ ਵਿਗਿਆਨ ਦਾ ਧਿਆਨ ਕੇਵਲ ਆਧੁਨਿਕ ਵੱਡੇ ਤੇ ਜਟਲ ਸਮਾਜਾਂ ਉੱਤੇ ਕੇਂਦਰਿਤ ਹੋਣ ਦੇ ਕਾਰਨ ਉਹਨਾਂ ਦੇ ਕੇਵਲ ਸਮਾਜਿਕ ਢਾਂਚੇ, ਸਮਾਜਿਕ ਸੰਗਠਨ ਅਤੇ ਵਿਘਟਨ ਦਾ ਹੀ ਅਧਿਐਨ ਕਰਦਾ ਹੈ। ਨੈਕਸਟ ਹੈ ਵਿਧੀਆਂ ਵਿੱਚ ਅੰਤਰ। ਦੋਹਾਂ ਵਿਗਿਆਨਾਂ ਦੀਆਂ ਅਧਿਐਨ ਵਿਧੀਆਂ ਵਿੱਚ ਵੀ ਅੰਤਰ ਦੇਖਣ ਨੂੰ ਮਿਲਦਾ ਹੈ। ਮਾਨਵ ਵਿਗਿਆਨ ਵਿੱਚ ਵਧੇਰੇ ਕਰਕੇ ਸਹਿਭਾਗੀ ਅਵਲੋਕਨ, ਸਹਿਭਾਗੀ ਨਿਰੀਖਣ ਭਾਵ ਪਾਰਟਿਸਪੈਂਟ ਆਬਜ਼ਰਵੇਸ਼ਨ ਵਿਧੀ ਅਤੇ ਕਾਰਜਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਮਾਨਵ ਵਿਗਿਆਨ ਅਧਿਐਨ ਕਰਨ ਦੇ ਲਈ ਆਪ ਹੀ ਛੋਟੇ ਜਿਹੇ ਸਮੁਦਾਇ ਵਿੱਚ ਰਹਿਣ ਲੱਗਦਾ ਹੈ। ਮਾਨਵ ਵਿਗਿਆਨੀ ਹੈ ਜਿਹੜਾ, ਉਹ ਜਿੱਥੋਂ ਦਾ ਅਧਿਐਨ ਕਰਨ ਜਾਂਦਾ ਹੈ ਉੱਥੇ ਆਪ ਜਾ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੈ। ਉਹਨਾਂ ਦੀ ਬੋਲੀ ਸਿੱਖਦਾ ਹੈ, ਉਹਨਾਂ ਦੇ ਰੋਜ਼ਾਨਾ ਜੀਵਨ ਵਿੱਚ ਸਾਂਝ ਪਾਉਂਦਾ ਹੈ ਅਤੇ ਉਹਨਾਂ ਸਮਾਜਾਂ ਦੇ ਪੂਰਨ ਜੀਵਨ ਦਾ ਅਧਿਐਨ ਕਰਦਾ ਹੈ। ਸਮਾਜ ਵਿਗਿਆਨ ਵਿੱਚ ਅਕਸਰ ਬਹੁਤ ਵੱਡੇ ਅਤੇ ਆਧੁਨਿਕ ਜਟਲ ਸਮਾਜਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਵਿਧੀ ਰਾਹੀਂ ਇੰਨੇ ਜਟਲ ਅਤੇ ਵੱਡੇ ਸਮਾਜਾਂ ਦਾ ਅਧਿਐਨ ਕਰਨਾ ਸੰਭਵ ਨਹੀਂ। ਸਮਾਜ ਵਿਗਿਆਨਿਕ ਵਧੇਰੇ ਕਰਕੇ ਡਾਕੂਮੈਂਟਸ, ਪ੍ਰਲੇਖਾਂ, ਸਿਆਂਖਿਕੀ, ਸਟੈਟਿਸਟਿਕ, ਸਰਵੇਖਣ, ਪ੍ਰਸ਼ਨਾਵਲੀ, ਅਨੁਸੂਚੀ ਅਤੇ ਸੈਂਪਲਿੰਗ ਆਦਿ ਰਾਹੀਂ ਆਪਣਾ ਅਧਿਐਨ
ਕੰਪਲੀਟ ਕਰਦੇ ਹਨ। ਨੈਕਸਟ ਹੈ ਦ੍ਰਿਸ਼ਟੀਕੋਣ ਵਿੱਚ ਅੰਤਰ। ਸਮਾਜ ਵਿਗਿਆਨਿਕ ਦ੍ਰਿਸ਼ਟੀਕੋਣ ਵਿਵਹਾਰਿਕ ਅਰਥਾਤ ਵਰਤਮਾਨ ਵੱਲ ਅਤੇ ਮਾਨਵ ਵਿਗਿਆਨੀ ਦ੍ਰਿਸ਼ਟੀਕੋਣ ਸ਼ੁੱਧ ਗਿਆਨ ਅਤੇ ਭੂਤਕਾਲ ਨਾਲ ਵਧੇਰੇ ਝੁਕਾਅ ਰੱਖਦਾ ਹੈ। ਉਦਾਹਰਨ ਵਜੋਂ ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੋਵੇਂ ਹੀ ਸੰਸਕ੍ਰਿਤਿਕ ਨਿਯਮਾਂ ਆਦਿ ਦਾ ਅਧਿਐਨ ਕਰਦੇ ਹਨ, ਪਰੰਤੂ ਦੋਨਾਂ ਵਿਗਿਆਨਾਂ ਵਿੱਚ ਇਹਨਾਂ ਨੂੰ ਇੱਕੋ ਜਿਹਾ ਮਹੱਤਵ ਨਹੀਂ ਦਿੱਤਾ ਜਾਂਦਾ। ਦੋਵਾਂ ਵਿਗਿਆਨਾਂ ਦਾ ਕੇਂਦਰੀ ਬਿੰਦੂ ਵੱਖਰਾ ਵੱਖਰਾ ਹੈ। ਸਮਾਜ ਵਿਗਿਆਨ ਦਾ ਮੁੱਖ ਵਿਸ਼ਾ ਸਮਾਜਿਕ ਅੰਤਰ-ਕਾਰਜ ਅਤੇ ਸਮਾਜਿਕ ਸੰਬੰਧ ਹਨ। ਸਮਾਜ ਵਿਗਿਆਨ ਵਿੱਚ ਸੰਸਕ੍ਰਿਤਿਕ ਤੱਤਾਂ ਦਾ ਕੇਵਲ ਓਨਾ ਹੀ ਅਧਿਐਨ ਕੀਤਾ ਜਾਂਦਾ ਹੈ ਜਿੰਨਾ ਸਮਾਜਿਕ ਸੰਬੰਧਾਂ ਅਤੇ ਸਮਾਜਿਕ ਅੰਤਰ-ਕਾਰਜਾਂ ਨੂੰ ਸਮਝਣ ਦੇ ਲਈ ਜ਼ਰੂਰੀ ਹੁੰਦਾ ਹੈ, ਜਦੋਂ ਕਿ ਸਮਾਜਿਕ ਮਾਨਵ ਵਿਗਿਆਨ ਵਿੱਚ ਮਨੁੱਖ ਦੀ ਸੰਸਕ੍ਰਿਤੀ ਦੇ ਇਤਿਹਾਸ, ਕਰਮ ਵਿਕਾਸ ਅਤੇ ਵਿਕਾਸ ਦਾ ਹਰੇਕ ਥਾਂ ਤੇ ਸਮੇਂ ਵਿੱਚ ਮਨੁੱਖੀ ਸੰਸਕ੍ਰਿਤੀ ਦੀ ਬਣਤਰ ਅਤੇ ਕਾਰਜ ਪ੍ਰਣਾਲੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਅਗਲਾ ਹੈ ਸਮਾਜਿਕ ਵਿਗਿਆਨ ਇੱਕ ਪਾਸੇ ਦਾ ਸਮਾਜਿਕ ਦਰਸ਼ਨ ਹੈ ਅਤੇ ਦੂਜੇ ਪਾਸੇ ਸਮਾਜਿਕ ਯੋਜਨਾਬੰਦੀ ਨਾਲ ਸੰਬੰਧਿਤ ਹੈ। ਇਸ ਦਾ ਮਤਲਬ ਇਹ ਹੈ ਕਿ ਸਮਾਜ ਵਿਗਿਆਨ ਨਾ ਕੇਵਲ ਇਹ ਖੋਜ ਕਰਦਾ ਹੈ ਕਿ ਸੰਸਥਾਵਾਂ ਕਿਸ ਪ੍ਰਕਾਰ ਕਾਰਜ ਕਰਦੀਆਂ ਹਨ, ਬਲਕਿ ਉਹਨਾਂ ਨੂੰ ਕਿਸ ਪ੍ਰਕਾਰ ਕਾਰਜ ਕਰਨਾ ਚਾਹੀਦਾ ਹੈ ਇਸ ਬਾਰੇ ਵੀ ਸੁਝਾਅ ਦਿੰਦਾ ਹੈ। ਇਹ ਭਵਿੱਖ ਦੀ ਯੋਜਨਾ ਲਈ ਸੁਝਾਅ ਦਿੰਦਾ ਹੈ। ਮਾਨਵ ਵਿਗਿਆਨ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ, ਪਰੰਤੂ ਉਹਨਾਂ ਨੂੰ ਸੁਲਝਾਉਣ ਲਈ ਕੋਈ ਸੁਝਾਅ ਨਹੀਂ ਦਿੰਦਾ। ਨੈਕਸਟ ਹੈ ਸਮਾਜ ਵਿਗਿਆਨਿਕ ਦ੍ਰਿਸ਼ਟੀਕੋਣ। ਸਮਾਜਿਕ ਵਿਗਿਆਨਾਂ ਦੇ ਵਧੇਰੇ ਨੇੜੇ ਹੈ, ਜਦੋਂ ਕਿ ਮਾਨਵ ਵਿਗਿਆਨ ਦ੍ਰਿਸ਼ਟੀਕੋਣ ਪ੍ਰਕਿਰਤਿਕ ਵਿਗਿਆਨਾਂ ਦੇ ਵਧੇਰੇ ਨੇੜੇ ਹੈ। ਮਾਨਵ ਵਿਗਿਆਨੀ ਆਦਮ ਸਮਾਜਾਂ ਦਾ ਅਧਿਐਨ ਕਰ ਰਿਹਾ ਹੁੰਦਾ ਹੈ ਅਤੇ ਜਿਨ੍ਹਾਂ ਬਾਰੇ ਉਸ ਨੂੰ ਕੋਈ ਗਿਆਨ ਨਹੀਂ ਹੁੰਦਾ। ਇਸ ਤਰ੍ਹਾਂ ਮਾਨਵ ਵਿਗਿਆਨੀ ਅਜਿਹੀ ਸਥਿਤੀ ਵਿੱਚ ਹੁੰਦਾ ਹੈ ਕਿ ਉਹ ਇਹਨਾਂ ਸਮਾਜਾਂ ਦਾ ਅਧਿਐਨ ਇੱਕ ਪ੍ਰਕਿਰਤਿਕ ਵਸਤ ਵਾਂਗ ਕਰ ਸਕਦਾ ਹੈ। ਮਾਨਵ ਵਿਗਿਆਨੀ ਦਾ ਦ੍ਰਿਸ਼ਟੀਕੋਣ ਬਹੁਤ ਹੱਦ ਤੱਕ ਉਹਨਾਂ ਪ੍ਰਕਿਰਤਿਕ ਵਿਗਿਆਨੀਆਂ ਵਰਗਾ ਬਣ ਜਾਂਦਾ ਹੈ ਜਿਹੜੇ ਪ੍ਰਯੋਗਸ਼ਾਲਾ ਦੇ ਵਿੱਚ ਪ੍ਰਕਿਰਤਿਕ ਵਸਤਾਂ ਦਾ ਅਧਿਐਨ ਕਰਦੇ ਹਨ। ਇਸ ਦੇ ਉਲਟ ਸਮਾਜ ਵਿਗਿਆਨੀ ਅਜਿਹੇ ਸਮਾਜ ਦਾ ਅਧਿਐਨ ਕਰਦਾ ਹੈ ਜਿਸ ਪ੍ਰਤੀ ਉਸ ਨੂੰ ਜਾਣਕਾਰੀ ਹੈ, ਜਿਸ ਦੇ ਫਲਸਰੂਪ ਉਸ ਦਾ ਦ੍ਰਿਸ਼ਟੀਕੋਣ ਓਨਾ ਨਿਰਪੱਖ, ਵਸਤੂਪਰਕ ਅਤੇ ਪ੍ਰਮਾਣਿਕ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਮਾਨਵ ਵਿਗਿਆਨਿਕ ਦ੍ਰਿਸ਼ਟੀਕੋਣ ਪ੍ਰਕਿਰਤਿਕ ਵਿਗਿਆਨਾਂ ਦੇ ਵਧੇਰੇ ਨੇੜੇ ਹੈ, ਜਦੋਂ ਕਿ ਸਮਾਜ ਵਿਗਿਆਨਿਕ ਦ੍ਰਿਸ਼ਟੀਕੋਣ ਸਮਾਜਿਕ ਵਿਗਿਆਨਾਂ ਦੇ ਵਧੇਰੇ ਨੇੜੇ ਹੈ। ਅੱਗੇ ਅਸੀਂ ਦੇਖਦੇ ਹਾਂ ਨੈਕਸਟ ਅੰਤਰ ਕੀ ਹੈ। ਮਾਨਵ ਵਿਗਿਆਨ ਆਦਮ ਸਮਾਜਾਂ ਦਾ ਅਧਿਐਨ ਕਰਦਾ ਹੈ, ਸਮਾਜ ਵਿਗਿਆਨ ਆਧੁਨਿਕ ਅਤੇ ਗੁੰਝਲਦਾਰ ਸਮਾਜਾਂ ਦਾ ਅਧਿਐਨ ਕਰਦਾ ਹੈ। ਇਸ ਤਰ੍ਹਾਂ ਅਸੀਂ ਦੇਖਿਆ ਕਿ ਸਮਾਜ ਵਿਗਿਆਨ ਅਤੇ ਸਮਾਜਿਕ ਮਾਨਵ ਵਿਗਿਆਨ ਦੇ ਵਿੱਚ ਕੀ ਸੰਬੰਧ ਹੈ ਅਤੇ ਕੀ ਅੰਤਰ ਹੈ। ਦੋਨੋਂ ਵਿਗਿਆਨ ਆਪਣੀ ਆਪਣੀ ਥਾਂ 'ਤੇ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ। ਹਾਂਜੀ, ਅਗਲੇ ਲੈਕਚਰ ਦੇ ਵਿੱਚ ਅਸੀਂ ਅਗਲਾ ਕੰਸੈਪਟ ਕਵਰ ਕਰਾਂਗੇ, ਰਿਲੇਸ਼ਨ ਆਫ ਹਿਸਟਰੀ ਐਂਡ ਸੋਸ਼ੋਲੋਜੀ। ਜੇਕਰ ਲੈਕਚਰ ਸਮਝ ਆ ਰਿਹਾ ਹੈ, ਤੁਹਾਡੀ ਹੈਲਪ ਹੋ ਰਹੀ ਹੈ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੈਕਚਰ ਆਪਣੇ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ। ਥੈਂਕ ਯੂ।